ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੋਦੀ ਵਿਰੁੱਧ ਕਿਸਾਨ ਅੰਦੋਲਨ ਦੀ ਨਵੀਂ ਵਿਉਂਤਬੰਦੀ ਅਤੇ ਬਿਜਲੀ ਸੰਕਟ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਜਿਹੜਾ ਹੈ 7 ਮਹੀਨੇ ਤੋਂ ਵੱਧ ਦਾ ਸਮਾਂ ਦਿੱਲੀ ਦੀ ਬਰੂਹਾਂ ਤੇ ਬੀਤ ਚੁੱਕਿਆ ਹੈ ਤੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਇਸ ਅੰਦੋਲਨ 'ਚ ਆਪਣੇ ਦੁੱਖ ਸੁੱਖ ਤੀਜ ਤਿਉਹਾਰ ਸਾਰੇ ਜਿਹੜਾ ਹੈ ਦਿੱਲੀ ਅੰਦੋਲਨ ਦੇ ਵਿੱਚ ਮਨਾਏ ਗਏ ਤੇ ਇਸ ਦੌਰਾਨ ਕਈ ਵਾਰ ਕੇਂਦਰ ਸਰਕਾਰ ਵੱਲੋਂ ਕਈ ਵਾਰ ਕੁਝੀਆਂ ਹਰਕਤਾਂ ਵੀ ਕੀਤੀਆਂ ਗਈਆਂ ਅੰਦੋਲਨ ਨੂੰ ਕਮਜ਼ੋਰ ਕਰਨ ਲਈ। ਪਰ ਹੁਣ ਕਿਸਾਨ ਅੰਦੋਲਨ ਨੇ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਘੇਰਨ ਲਈ ਇੱਕ ਨਵੀਂ ਵਿਉਂਤਬੰਦੀ ਜਿਹੜੀ ਹੈ ਤਿਆਰ ਕੀਤੀ ਹੈ। ਅਸੀਂ ਜਾਣਨਾ ਚਾਹਾਂਗੇ ਕਿਸਾਨ ਜਥੇਬੰਦੀਆਂ ਜਿਹੜਾ ਹੁਣ ਕੀ ਕਰਨ ਜਾ ਰਹੀਆਂ ਨੇ, ਉਹਨਾਂ ਨੇ ਕੀ ਜਿਹੜੀ ਹੈ ਵਿਉਂਤਬੰਦੀ ਤਿਆਰ ਕੀਤੀ ਹੈ। ਦੇਖੋ, ਜੇ ਅਸੀਂ ਪਹਿਲੇ ਦਿਨ ਤੋਂ ਹੀ ਦੇਖੀਏ, ਜਦੋਂ ਤੋਂ 25 ਨਵੰਬਰ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਹੈ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ, ਬਾਕੀ ਸੂਬਿਆਂ ਦੇ ਕਿਸਾਨ ਉਸ ਤੋਂ ਬਾਅਦ ਆਉਣੇ ਸ਼ੁਰੂ ਹੋਏ ਨੇ। ਉਸੇ ਦਿਨ ਤੋਂ ਪੜਾਅ ਵਰ ਪੜਾਅ ਕਿਸਾਨ ਜਿਹੜੇ ਹੈ ਆਪਦੇ ਅੰਦੋਲਨ ਨੂੰ ਅੱਗੇ ਵਧਾ ਰਹੇ ਨੇ। ਭਾਰਤੀ ਜਨਤਾ ਪਾਰਟੀ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਜਿੰਨੇ ਵੀ ਉਹਦੇ ਸਹਿਯੋਗੀ ਹੋ ਰਹੇ ਨੇ ਅਲਾਈ, ਉਹ ਇਸ ਕਿਸਾਨ ਅੰਦੋਲਨ ਨੂੰ ਤਾਰਵੀਡੋ ਕਰਨ, ਇਹਨੂੰ ਬਦਨਾਮ ਕਰਨ, ਨਕਸਲੀ ਕਹਿਣ, ਇਹਨੂੰ ਆਤੰਕਵਾਦੀ ਕਹਿਣ, ਇਹਨੂੰ ਖਾਲਿਸਤਾਨੀ ਕਹਿਣ, ਕਿਸੇ ਕਿਸਮ ਦੀ ਵੀ ਰੰਗਤ ਦੇਣ ਦੀ, ਇਹਨੂੰ ਬਦਨਾਮ ਕਰਨ ਦੀ, ਇਹਨੂੰ ਲੀਹ ਤੋਂ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਕੱਲ੍ਹ ਐਲਾਨ ਕੀਤਾ ਹੈ ਵੀ ਅਸੀਂ ਮੌਨਸੂਨ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਮੂਹਰੇ ਜਾ ਕੇ 100 ਕਿਸਾਨ ਰੋਜ਼ ਜਿਹੜਾ ਉਹ ਪ੍ਰਦਰਸ਼ਨ ਕਰਿਆ ਕਰੂਗਾ। ਇਹ ਆਪਣੇ ਆਪ ਦੇ ਵਿੱਚ ਇੱਕ ਐਜੀਟੇਸ਼ਨ ਨੂੰ ਇੱਕ ਨਵਾਂ ਰੂਪ ਦੇਣ ਦਾ ਸੱਦਾ ਹੈ। ਉਹਦਾ ਕਾਰਨ ਕੀ ਹੈ ਵੀ ਇਹ ਸੈਸ਼ਨ ਜਿਹੜਾ ਇਹ ਮੰਨਿਆ ਜਾ ਸਕਦਾ ਹੈ ਵੀ ਜਿਹੜੀਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀ ਜਿਹੜੀਆਂ 5 ਸੂਬਿਆਂ ਦੀਆਂ ਚੋਣਾਂ ਆਉਣੀਆਂ ਨੇ, ਉਸ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਇਹ ਲਾਸਟ ਹੀ ਤਕਰੀਬਨ ਹੋਊਗਾ। ਇੱਕ ਸਰਦ ਰੁੱਤ ਸੈਸ਼ਨ ਆਉਣਾ ਹੈ, ਸ਼ਾਇਦ ਉਹ ਪਹਿਲਾਂ ਆਉਂਦਾ ਮਗਰੋਂ ਆਉਂਦਾ ਕੀ ਹੈ ਪਤਾ ਲੱਗ ਜਾਊਗਾ। ਇਸ ਕਰਕੇ ਇਹ ਅਹਿਮ ਸੈਸ਼ਨ ਮੰਨਿਆ ਜਾ ਸਕਦਾ ਹੈ, ਕਿਉਂਕਿ ਕਿਸਾਨਾਂ ਵੱਲੋਂ ਐਲਾਨੀਆ ਤੌਰ 'ਤੇ ਇਹ ਕਿਹਾ ਗਿਆ ਹੈ ਵੀ ਜਿਸ ਤਰ੍ਹਾਂ ਦੀ ਕੈਂਪੇਨ ਸੰਯੁਕਤ ਕਿਸਾਨ ਮੋਰਚੇ ਨੇ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਚਲਾਈ ਸੀ, ਉਸੇ ਤਰ੍ਹਾਂ ਦੀ ਮੁਹਿੰਮ ਜਿਹੜੀ ਹੈ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ਜਾਂ ਹੋਰ ਕਿਸੇ ਵੀ ਸੂਬੇ ਦੇ ਵਿੱਚ ਜਿੱਥੇ ਵੀ ਚੋਣਾਂ ਆਉਣਗੀਆਂ ਉਸ ਤਰ੍ਹਾਂ ਦੀ ਮੁਹਿੰਮ ਜਿਹੜੀ ਹੈ ਚਲਾਈ ਜਾਊਗੀ। ਭਾਰਤੀ ਜਨਤਾ ਪਾਰਟੀ ਆਪਣੇ ਸਿਆਸੀ ਨਫੇ ਨੁਕਸਾਨ ਨੂੰ ਲੈ ਕੇ, ਖਾਸ ਕਰਕੇ ਨੁਕਸਾਨ ਨੂੰ ਲੈ ਕੇ ਚਿੰਤਤ ਤਾਂ ਦਿਖਾਈ ਦਿੰਦੀ ਹੈ, ਪਰ ਇਸ ਕਿਸਾਨ ਅੰਦੋਲਨ ਦੇ ਹੱਲ ਜਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਵੱਲ ਕੋਈ ਜਿਹੜਾ ਹੈ ਕਿਸੇ ਤਰ੍ਹਾਂ ਦੀ ਰੁਚੀ, ਕਿਸੇ ਤਰ੍ਹਾਂ ਦਾ ਕਦਮ ਅੱਗੇ ਨਹੀਂ ਵਧਾ ਰਹੀ। ਜਿਵੇਂ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਲਗਾਤਾਰ ਇਹ ਕਹਿ ਰਹੇ ਨੇ ਵੀ ਕਿਸਾਨ ਗੱਲਬਾਤ ਲਈ ਆਉਣ, ਪਰ ਕਾਨੂੰਨ ਵਾਪਸੀ ਦੇ ਮੁੱਦੇ ਤੋਂ ਹੋਰ ਕੋਈ ਗੱਲ ਕਰਨ, ਇਸ ਮੁੱਦੇ 'ਤੇ ਸਾਡੇ ਕੋਲ ਨਾ ਆਉਣ। ਹਾਲਾਂਕਿ ਇਹ ਅੜੀਅਲ ਰਵੱਈਆ ਬਹੁਤ ਨਿੰਦਣਯੋਗ ਹੈ। ਇਸ ਤਰ੍ਹਾਂ ਦਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਬਿਨਾਂ ਸ਼ਰਤ ਕਿਸਾਨਾਂ ਨੂੰ ਬੁਲਾ ਲੈਣਾ ਚਾਹੀਦਾ ਹੈ। ਉੱਥੋਂ ਅੱਗੇ ਤੁਸੀਂ ਗੱਲ ਕੀ ਕਰਦੇ ਹੋ, ਕੀ ਨਹੀਂ ਕਰਦੇ, ਵਾਪਸੀ ਨਹੀਂ ਹੁੰਦੀ ਜਾਂ ਕੀ ਹੁੰਦੀ ਹੈ, ਉਹ ਅਗਲੀ ਗੱਲ ਹੈ, ਉਹ ਗੱਲਬਾਤ 'ਤੇ ਛੱਡ ਦਿੱਤੀ ਜਾਣੀ ਚਾਹੀਦੀ ਹੈਗੀ। ਕਿਉਂਕਿ ਲਾਸਟ ਜਿਹੜੀ ਮੀਟਿੰਗ ਹੈ ਉਹ 22 ਜਨਵਰੀ ਨੂੰ ਹੋਈ ਸੀ। 22 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ। ਇਹ ਮੀਟਿੰਗ ਬੁਲਾ ਲੈਣੀ ਚਾਹੀਦੀ ਹੈ। ਹੁਣ ਸਭ ਤੋਂ ਵੱਡਾ ਜਿਹੜਾ ਨੁਕਤਾ ਉੱਭਰਦਾ ਹੈਗਾ, ਜਿਸ ਤਰ੍ਹਾਂ ਜਿਹੜੀ ਸਭ ਤੋਂ ਵੱਡੀ ਐਜੀਟੇਸ਼ਨ ਸੀ ਕਿਸਾਨਾਂ ਦੀ, ਉਹ ਸੀ 26 ਜਨਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ, ਦਿੱਲੀ ਦੀਆਂ ਸੜਕਾਂ 'ਤੇ, ਦਿੱਲੀ ਸ਼ਹਿਰ ਦੇ ਅੰਦਰ ਮਾਰਚ ਕਰਨਾ ਸ਼ਾਂਤਮਈ। ਪਰ ਉਹਨੂੰ ਕਿਸ ਤਰ੍ਹਾਂ ਕੁਛ ਜਿਹੜੇ ਹੈ ਯੂਥ ਲੀਡਰ ਕਹਿ ਲਓ, ਗਾਇਕ ਕਹਿ ਲਓ, ਕਲਾਕਾਰ ਕਹਿ ਲਓ, ਅਤੇ ਕੁਛ ਕਿਸਾਨ ਜਥੇਬੰਦੀਆਂ ਏਜੰਸੀਆਂ ਦੇ ਢਹੇ ਚੜ੍ਹ ਕੇ ਉਹਨਾਂ ਨੇ ਇਹਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਲਾਲ ਕਿਲ੍ਹੇ 'ਤੇ ਜਾ ਕੇ ਕੇਸਰੀ ਝੰਡਾ ਲਹਿਰਾਇਆ ਅਤੇ ਕਿਵੇਂ ਗੋਦੀ ਮੀਡੀਆ ਨੇ ਉਹਨੂੰ ਰੰਗਤ ਦਿੱਤੀ ਅਤੇ ਭਾਰਤੀ ਜਨਤਾ ਪਾਰਟੀ ਦੀ ਆਪਣੇ ਮਨਸੂਬਿਆਂ 'ਚ ਕਾਮਯਾਬ ਹੋਈ। ਜਿਹੜਾ ਕਿ ਇਹ ਅੰਦੋਲਨ ਉਸ ਵੇਲੇ ਦੁਨੀਆ ਪੱਧਰ 'ਤੇ ਖਿੱਚ ਦਾ ਕੇਂਦਰ ਬਣਨਾ ਸੀ, ਉਹਨੂੰ ਹੋਰ ਰੰਗਤ ਦਿੱਤੀ ਗਈ। ਇਸ ਲਈ ਉਸੇ ਤਰ੍ਹਾਂ ਹੁਣ ਮੌਨਸੂਨ ਸੈਸ਼ਨ ਦੌਰਾਨ ਜਦੋਂ ਕਿਸਾਨ ਉੱਥੇ ਪਾਰਲੀਮੈਂਟ ਦੇ ਮੂਹਰੇ ਮੁਜ਼ਾਹਰਾ ਕਰਨ ਜਾਂਦੇ ਨੇ, ਇਸ ਕਰਕੇ ਇੰਪੋਰਟੈਂਟ ਹੈ ਵੀ ਕੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ, ਕੇਂਦਰ ਸਰਕਾਰ, ਕਿਉਂਕਿ ਉਹ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਅੰਡਰ ਆਉਂਦੀ ਹੈ, ਕੇਂਦਰੀ ਗ੍ਰਹਿ ਮੰਤਰਾਲੇ ਦੇ ਹੀ ਹੁਕਮਾਂ ਦੀ ਪਾਲਣਾ ਕਰਦੀ ਹੈ। ਕੀ ਦਿੱਲੀ ਦੀ ਪੁਲਿਸ ਕਿਸਾਨਾਂ ਨੂੰ ਪਾਰਲੀਮੈਂਟ ਵੱਲ ਮਾਰਚ ਕਰਨ ਦੇਊਗੀ, ਪਾਰਲੀਮੈਂਟ ਦੇ ਮੂਹਰੇ ਜਾ ਕੇ ਪ੍ਰਦਰਸ਼ਨ ਕਰਨ ਦੇਊਗੀ? ਸਭ ਤੋਂ ਵੱਡਾ ਸਵਾਲ ਇਹ ਉੱਪਰਦਾ ਹੈ। ਕੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ? ਜੇ
ਇਸ ਤਰ੍ਹਾਂ ਦਾ ਕਦਮ ਭਾਰਤ ਸਰਕਾਰ ਚੁੱਕਦੀ ਹੈ ਤਾਂ ਨਿਸ਼ਚੇ ਹੀ ਇਹ ਕਿਹਾ ਜਾ ਸਕਦਾ ਹੈ ਵੀ ਇਹ ਕਿਸਾਨ ਅੰਦੋਲਨ ਇੱਕ ਨਵੀਂ ਰੂਪ, ਇੱਕ ਨਵੀਂ ਜਿਹੜੀ ਹੈ ਰੁਖ ਅਖਤਿਆਰ ਕਰ ਜਾਊਗਾ, ਨਵਾਂ ਰੁਖ। ਕਾਰਨ ਕੀ ਹੈ ਵੀ ਜਦੋਂ ਅਸੀਂ ਆਜ਼ਾਦੀ ਦੇ ਅੰਦੋਲਨ ਦੀ ਗੱਲ ਕਰਦੇ ਹਾਂ ਜਾਂ ਅਸੀਂ ਐਮਰਜੈਂਸੀ ਦੇ ਖਿਲਾਫ ਜਿਹੜੀ ਮਰਹੂਮ ਇੰਦਰਾ ਗਾਂਧੀ ਵੱਲੋਂ ਮੁਲਕ ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ, ਜਦੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀ, ਜਦੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੁੰਦਾ ਹੈ, ਜਦੋਂ ਕਿਸੇ ਵਰਗ ਦੀਆਂ ਗ੍ਰਿਫਤਾਰੀਆਂ ਹੁੰਦੀਆਂ, ਜਦੋਂ ਐਜੀਟੇਸ਼ਨ ਕਰ ਰਹੇ, ਅੰਦੋਲਨ ਕਰ ਰਹੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ, ਤਾਂ ਉਹ ਅੰਦੋਲਨ ਦਾ ਇੱਕ ਨਵਾਂ ਰੂਪ ਆ ਜਾਂਦਾ ਹੈ। ਹੁਕਮਰਾਨਾਂ ਦਾ ਇੱਕ ਨਵਾਂ, ਇੱਕ ਡਿਕਟੇਟਰਾਨਾ ਰੂਪ ਸਾਹਮਣੇ ਆ ਜਾਂਦਾ ਵੀ ਤੁਸੀਂ ਆਪਦੇ ਹੀ ਲੋਕ ਜਿਹੜੇ ਹੱਕੀ ਮੰਗਾਂ ਖਾਤਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ, ਜਦੋਂ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣ ਲੱਗ ਜਾਂਦੇ ਹੋ, ਜਦੋਂ ਉਹਨਾਂ ਦੇ ਤੁਸੀਂ ਪਰਚੇ ਦਰਜ ਕਰਨ ਲੱਗ ਜਾਂਦੇ ਹੋ, ਤਾਂ ਇੱਕ ਮੂਵਮੈਂਟ ਜਿਹੜੀ ਹੈ ਉਹ ਲੋਕਾਂ ਦੀ ਖੜੀ ਹੋ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਇੰਨੀ ਜਾਨ ਹੈ, ਇੰਨਾ ਸਾਹਸ ਹੈ ਵੀ ਉਹ ਇੱਕ ਹਿੰਦੁਸਤਾਨ ਪੱਧਰ 'ਤੇ ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਇੱਕ ਵਰਗ ਨੂੰ ਪੂਰੇ ਦੇ ਪੂਰੇ ਨੂੰ ਆਪਣੇ ਖਿਲਾਫ ਖੜਾ ਕਰ ਲੇ। ਇਹ ਇੱਕ ਬਹੁਤ ਵੱਡਾ ਸਵਾਲ ਹੈ ਵੀ ਕਿਸਾਨਾਂ ਦੇ ਇਸ ਸੱਦੇ ਨੂੰ, ਇਸ ਐਜੀਟੇਸ਼ਨ ਦੇ ਇੱਕ ਨਵੇਂ ਰੂਪ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸ ਢੰਗ ਨਾਲ ਨਜਿੱਠਦੀ ਹੈ। ਜੀ ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਸੰਸਦ ਦੇ ਬਾਹਰ ਜਿਹੜਾ ਹੈਗਾ 100 ਕਿਸਾਨਾਂ ਵੱਲੋਂ ਰੋਜ਼ ਪ੍ਰੋਟੈਸਟ ਕੀਤਾ ਜਾਏਗਾ, ਸ਼ਾਂਤਮਈ ਢੰਗ ਨਾਲ ਜਿਹੜਾ ਹੈਗਾ ਇਹ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਜਿਹੜਾ ਹੈਗਾ ਘੇਰਨ ਦੀ ਤਿਆਰੀ ਕੀਤੀ ਹੈ। ਉਹ ਵਿਰੋਧੀ ਪਾਰਟੀਆਂ ਜਿੰਨੇ ਵੀ ਸੰਸਦ ਮੈਂਬਰ ਨੇ ਉਹਨਾਂ ਨੂੰ ਵੀ ਸੰਪਰਕ ਕਰ ਰਹੇ ਨੇ, ਚੇਤਾਵਨੀ ਪੱਤਰ ਦੇ ਰਹੇ ਨੇ ਵੀ ਉਹ ਕਿਸਾਨੀ ਦਾ ਮੁੱਦਾ ਜਿਹੜਾ ਸੰਸਦ ਵਿੱਚ ਚੁੱਕਣ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਿ ਜਿਹੜੀ ਸਿਆਸੀ ਪਾਰਟੀਆਂ ਹੁਣ ਤੱਕ ਕਿਸਾਨੀ ਦੀ ਗੱਲ ਤਾਂ ਜ਼ਰੂਰ ਕਰ ਰਹੀ ਸੀ, ਕਿਸਾਨ ਹਮੈਤੀ ਹੋਣ ਦੀਆਂ ਗੱਲਾਂ ਕਰ ਰਹੀ ਸੀ, ਵੀ ਕਿ ਉਹ ਕਿਸਾਨੀ ਦੀ ਆਵਾਜ਼ ਨੂੰ ਜਿਹੜਾ ਸੰਸਦ ਚੁੱਕਦੀਆਂ ਨਹੀਂ ਚੁੱਕਦੀਆਂ, ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਦੇਖੋ, ਇੱਕ ਗੱਲ ਤਾਂ, ਦੋ ਤੱਥ ਸਾਡੇ ਸਾਹਮਣੇ ਆਉਂਦੇ। ਜਦੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਤਿੰਨੋਂ ਖੇਤੀ ਬਿੱਲ ਪਿਛਲੇ ਸਾਲ ਸਤੰਬਰ ਮਹੀਨੇ ਪਾਸ ਕੀਤੇ ਸੀ, ਉਦੋਂ ਇੰਨੀ ਜਲਦਬਾਜ਼ੀ ਤੇ ਕਾਹਲੀ ਦੇ ਵਿੱਚ ਕੀਤੇ ਸੀ, ਵਿਰੋਧੀ ਧਿਰ ਦੇ ਕਿਸੇ ਮੈਂਬਰ ਦੀ ਗੱਲ ਹੀ ਨਹੀਂ ਸੀ ਸੁਣੀ। ਜਿਹੜੀ ਗੱਲ ਤੁਸੀਂ ਪੁੱਛੀ ਹੈ ਉਹ ਇਸ ਕਰਕੇ ਮਹੱਤਵਪੂਰਨ ਹੈ ਵੀ ਮੁਲਕ ਦੇ ਵਿੱਚ ਇਸ ਵੇਲੇ ਹਾਲਾਤ ਇਹ ਬਣ ਗਏ ਨੇ, ਕਿਸਾਨ ਸਿਆਸੀ ਪਾਰਟੀਆਂ ਨੂੰ ਸੇਧ ਦੇ ਰਹੇ ਨੇ, ਸਿਆਸੀ ਪਾਰਟੀਆਂ ਕਿਸਾਨਾਂ ਦੀ ਗੱਲ ਸੁਣ ਰਹੀਆਂ ਨੇ। ਪਹਿਲਾਂ ਹਾਲਾਤ ਇਹ ਹੁੰਦੇ ਸੀ ਵੀ ਕਿਸਾਨ ਹੁੰਦਾ, ਚਾਹੇ ਮਜ਼ਦੂਰ ਹੁੰਦਾ, ਚਾਹੇ ਕੋਈ ਹੋਰ ਵਰਗ ਹੁੰਦਾ, ਉਹਨਾਂ ਨੂੰ ਸੱਦਾ ਸੀ ਜਿਹੜੀਆਂ ਉਹ ਸਿਆਸੀ ਪਾਰਟੀਆਂ ਦਿੰਦੀਆਂ ਸੀ। ਸਿਆਸੀ ਪਾਰਟੀਆਂ ਦੇ ਅੰਦੋਲਨ ਦੇ ਵਿੱਚ ਕਿਸਾਨ ਜਾਂ ਮਜ਼ਦੂਰ ਜਾਂ ਕੋਈ ਹੋਰ ਵਰਗ ਸ਼ਮੂਲੀਅਤ ਕਰਦੇ ਸੀ। ਹੁਣ ਇਹ ਸੱਦਾ ਇਸ ਕਰਕੇ ਮਹੱਤਵਪੂਰਨ, ਜਿਹੜੀ ਗੱਲ ਤੁਸੀਂ ਕਹੀ ਵੀ ਵਿਰੋਧੀ ਪਾਰਟੀਆਂ, ਕਿਉਂਕਿ ਅਸੀਂ ਦੇਖਦੇ ਹਾਂ ਵੀ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਜੇਜੇਪੀ ਦੇ ਲੀਡਰਾਂ ਦੀ ਪਿੰਡਾਂ ਦੇ ਵਿੱਚ ਵੜਨ ਦੀ ਹਿੰਮਤ ਨਹੀਂ, ਕੋਈ ਸਮਾਗਮ ਕਰਨ ਦੀ ਹਿੰਮਤ ਨਹੀਂ। ਪੰਜਾਬ ਦੇ ਵਿੱਚ ਅਸੀਂ ਦੇਖਿਆ ਜਾਵੇ ਤਾਂ ਇੱਕ MLA ਦੇ ਕੱਪੜੇ ਤੱਕ ਪਾੜ ਦਿੱਤੇ ਗਏ, ਇੱਕ BJP ਲੀਡਰ ਦਾ ਝੋਨਾ ਪੱਟ ਦਿੱਤਾ ਗਿਆ, ਹੋਰਾਂ ਉਹਨਾਂ ਨੂੰ ਸਮਾਗਮ ਕਰਨੇ ਔਖੇ ਹੋਏ ਪਏ ਨੇਗੇ। ਇਸ ਲਈ ਬਿਨਾਂ ਸ਼ੱਕ ਹੁਕਮਰਾਨ ਪਾਰਟੀ ਦੀ ਜਿਹੜੀ ਇਸ ਵੇਲੇ ਦੁਰਦਸ਼ਾ ਹੋਈ ਪਈ ਹੈਗੀ ਇਹਨਾਂ 2-3 ਸੂਬਿਆਂ ਦੇ ਵਿੱਚ। ਫਿਰ ਸ਼ਰਦ ਪਵਾਰ ਨੂੰ ਸਿੱਧੀ ਚੇਤਾਵਨੀ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਨੇ ਦੇਤੀ ਵੀ ਜਿਹੜਾ ਵੀ ਲੀਡਰ ਜਾਂ ਜਿਹੜੀ ਵੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰੂ ਜਾਂ ਇਹਨਾਂ ਕਾਨੂੰਨਾਂ ਦੀ ਹਮਾਇਤ ਕਰੂ, ਉਹ ਸਾਡੀ ਉਸੇ ਤਰ੍ਹਾਂ ਦੀ ਦੁਸ਼ਮਣ ਹੋਊ ਜਿਵੇਂ ਭਾਰਤੀ ਜਨਤਾ ਪਾਰਟੀ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸਿਆਸੀ ਧਿਰ ਇਸ ਤਰ੍ਹਾਂ ਦੀ ਹਿੰਮਤ ਕਰ ਪਾਊ, ਕਿਉਂਕਿ ਕਿਸਾਨੀ ਜਿਹੜੀ ਹੈ ਮੁਲਕ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਹੈ, ਕਿਸਾਨੀ ਦਾ ਬਹੁਤ ਵੱਡਾ ਵੋਟ ਬੈਂਕ ਹੈ। ਇਸ ਲਈ ਕਿਸਾਨੀ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਪਾਰਟੀ ਦੇ ਵੱਸ ਦਾ ਰੋਗ ਨਹੀਂ। ਹੁਣ ਇਹ ਸਮਾਂ ਦੱਸੂਗਾ ਵੀ ਜਿਹੜੀਆਂ ਸਿਆਸੀ ਧਿਰਾਂ ਨੇ ਵੀ ਉਹ ਕਿਸਾਨਾਂ ਦੇ ਇਸ ਸੱਦੇ ਨੂੰ ਕਿਸ ਢੰਗ ਨਾਲ ਪ੍ਰਵਾਨ ਕਰਦੀਆਂ ਨੇ ਤੇ ਉਹਨਾਂ ਦੀਆਂ ਮੰਗਾਂ ਨੂੰ ਕਿਸ ਢੰਗ ਨਾਲ ਸਦਨ ਦੇ ਅੰਦਰ ਅਤੇ ਸਦਨ ਦੇ ਬਾਹਰ ਉਠਾਉਂਦੀਆਂ ਨੇ। ਜੀ ਦਵਿੰਦਰ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਦੀ ਗੱਲ। ਜੇਕਰ ਗੱਲ ਕਰੀਏ ਬਿਜਲੀ ਸੰਕਟ ਦੀ, ਵੀ ਕਿ ਪੰਜਾਬ ਦੇ ਵਿੱਚ ਗਰਮੀ ਵੱਧਦੀ ਜਾ ਰਹੀ ਹੈ, ਉਹਦੇ ਨਾਲ ਨਾਲ ਬਿਜਲੀ ਦੀ ਮੰਗ ਵੀ ਜਿਹੜੀ ਵੱਧ ਰਹੀ ਹੈ ਤੇ ਸੂਬਾ ਸਰਕਾਰ ਬਿਜਲੀ ਸਪਲਾਈ ਜਿਹੜੀ ਹੈਗੀ ਹੈ ਨਿਰਵਿਘਨ ਦੇਣ 'ਚ ਨਾਕਾਮ ਰਹਿ ਰਹੀ ਹੈ। ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਨੇ ਤੇ ਉਧਰ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ। ਸਰਕਾਰ ਨੇ ਐਲਾਨਿਆ ਸੀ ਵੀ ਕਿ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ, ਉਹ ਵੀ ਹੁਣ ਤੱਕ ਜਿਹੜੀ ਹੈ ਨਹੀਂ ਹੋ ਪਾ ਰਹੀ ਹੈ ਤੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਨੇ। ਪਰ ਹੁਣ ਪਿਛਲੇ 24 ਘੰਟਿਆਂ ਤੋਂ ਜਿਹੜਾ ਹੈਗਾ ਲਗਭਗ ਸਪਲਾਈ ਜਿਹੜੀ ਹੈ ਖੇਤੀ ਖੇਤਰ ਨੂੰ ਪੂਰੀ ਮਿਲਦੀ ਦਿਖ ਰਹੀ ਹੈ, ਪਰ ਹਲੇ ਵੀ ਜਿਹੜਾ ਹੈਗਾ ਜਿਵੇਂ ਦੀ ਬਿਜਲੀ ਦੀ ਮੰਗ ਵੱਧ ਰਹੀ ਹੈ, ਤੁਹਾਨੂੰ ਲੱਗਦਾ ਹੈ ਵੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦਾ ਸੰਕਟ ਜਿਹੜਾ ਹੈਗਾ ਹੋਰ ਵੱਧ ਕੇ ਪੰਜਾਬੀਆਂ ਲਈ ਇੱਕ ਦਿੱਕਤ ਦਾ ਜਿਹੜਾ ਹੈਗਾ ਖੜੀ ਕਰ ਸਕਦਾ? ਦੇਖੋ, ਜਿਹੜੀ ਖੇਤੀ ਖੇਤਰ ਨੂੰ 8 ਘੰਟੇ ਜਾਂ 9 ਘੰਟੇ ਤੱਕ ਦੀ ਜਿਹੜੀ ਸਪਲਾਈ ਪਿਛਲੇ 24 ਘੰਟਿਆਂ ਦੇ ਵਿੱਚ ਮਿਲੀ ਹੈ, ਬਿਨਾਂ ਸ਼ੱਕ ਇਹ ਕਿਸਾਨੀ ਅੰਦੋਲਨ ਦੀ ਜਿੱਤ ਹੈ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਸੀ ਵੀ 5 ਤਰੀਕ ਤੱਕ ਜੇ ਬਿਜਲੀ ਦੀ ਸਪਲਾਈ
ਖੇਤੀ ਖੇਤਰ ਲਈ ਯਕੀਨੀ ਨਾ ਬਣਾਈ ਜਿੰਨੀ ਤੁਸੀਂ ਵਾਅਦਾ ਕੀਤਾ, ਤਾਂ 6 ਤਰੀਕ ਨੂੰ ਮੋਤੀ ਬਾਗ ਦਾ ਪਟਿਆਲਾ ਦੇ ਵਿੱਚ ਘਿਰਾਓ ਕੀਤਾ ਜਾਊਗਾ। ਕਿਉਂਕਿ ਕਿਸਾਨ ਪੰਜਾਬ ਦੇ ਵਿੱਚ 1 ਅਕਤੂਬਰ 2020 ਤੋਂ ਸੜਕਾਂ ਤੇ ਬੈਠੇ ਨੇ। ਰੋਜ਼ਾਨਾ ਸਵੇਰੇ ਲੰਗਰ ਲੰਗੋਟੇ ਛਕ ਕੇ ਉਹ ਆ ਕੇ ਸੜਕਾਂ ਤੇ ਬਹਿ ਜਾਂਦੇ ਨੇ। ਇਸ ਲਈ ਸੜਕਾਂ ਤੇ ਬੈਠੇ ਬੰਦਿਆਂ ਨੂੰ ਮੋਤੀ ਬਾਗ ਘੇਰਨਾ ਬਹੁਤ ਸੌਖਾ ਹੈ, ਮੋਬਿਲਾਈਜ਼ ਕਰਨ ਦੀ ਲੋੜ ਨਹੀਂ। ਇਸ ਲਈ ਪੰਜਾਬ ਸਰਕਾਰ ਨੂੰ ਅਕਲ ਆ ਗਈ ਤੇ ਉਹਨਾਂ ਨੇ ਸਾਰੇ ਉਦਯੋਗਾਂ ਨੂੰ, ਜਿਹੜੇ ਵੱਡੇ ਉਦਯੋਗ ਜਿੱਥੇ ਕੰਜੰਪਸ਼ਨ ਜ਼ਿਆਦਾ ਸੀ, ਖਪਤ ਜ਼ਿਆਦਾ ਸੀ, ਉਹਨਾਂ ਨੂੰ ਬੰਦ ਕਰਕੇ ਖੇਤੀ ਖੇਤਰ ਨੂੰ ਜਿਹੜੀ ਹੈ ਉਹ ਪਾਵਰ ਸਪਲਾਈ, ਬਿਜਲੀ ਦੀ ਸਪਲਾਈ ਵਧਾਈ ਹੈ। ਇਹ ਵੀ ਦਾਅਵਾ ਕਰਦੇ ਆ ਬਿਜਲੀ ਬੋਰਡ ਦੇ ਅਧਿਕਾਰੀ ਵੀ ਅਸੀਂ ਸ਼ਹਿਰਾਂ ਦੇ ਵਿੱਚ ਵੀ ਕੱਟ ਨਾ ਮਾਤਰ ਰਹਿ ਗਏ ਤੇ ਪਿੰਡਾਂ ਦੇ ਵਿੱਚ ਵੀ ਕੱਟ ਦਾ ਸਮਾਂ ਜਿਹੜਾ ਉਹ ਬਹੁਤ ਘਟਾ ਦਿੱਤਾ ਗਿਆ। ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ, ਕਿਉਂਕਿ ਤਲਵੰਡੀ ਸਾਬੋ ਦਾ ਜਿਹੜਾ ਪ੍ਰਾਈਵੇਟ ਥਰਮਲ ਹੈ ਉਹਦਾ 1 ਯੂਨਿਟ ਹੋਰ ਬੰਦ ਹੋ ਗਿਆ। 660 ਮੈਗਾਵਾਟ ਜਿਹੜੀ ਉੱਥੋਂ ਬਿਜਲੀ ਪੈਦਾ ਹੁੰਦੀ ਸੀ ਉਹ ਉਤਪਾਦਨ ਜਿਹੜਾ ਘਟ ਗਿਆ, ਜਿਹੜੀ ਕਿ ਹੁਣ ਤੱਕ PSPCL ਕੋਲ ਜਿਹੜੇ ਉਤਪਾਦਨ ਸੀ ਉਹ ਸੀਗਾ 14,000 ਮੈਗਾਵਾਟ ਦੇ ਨੇੜੇ ਤੇੜੇ, 13,000 ਤੋਂ 14,000 ਮੈਗਾਵਾਟ ਦੇ ਵਿੱਚ ਇਸ ਵੇਲੇ 12,390 ਮੈਗਾਵਾਟ ਜਿਹੜੀ ਹੁਣ ਆਪਾਂ ਬੋਲ ਰਹੇ ਹਾਂ, ਜਦੋਂ 12,390 ਜਿਹੜੀ ਮੈਗਾਵਾਟ ਇਹਨਾਂ ਕੋਲ ਬਿਜਲੀ ਉਪਲਬਧ ਹੈ। ਜੇ ਉਦਯੋਗ ਬੰਦ ਨਾ ਕਰਨ ਤਾਂ ਜਿਹੜੀ ਬਿਜਲੀ ਦੀ ਖਪਤ ਹੈ, ਜਿਹੜੀ ਬਿਜਲੀ ਦੀ ਡਿਮਾਂਡ ਹੈ, ਉਹ 16,000 ਮੈਗਾਵਾਟ ਤੋਂ ਉੱਪਰ ਚਲੀ ਗਈ ਹੈ। ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਲਓ ਵੀ ਪੰਜਾਬ ਕਿੱਡੇ ਵੱਡੇ ਸੰਕਟ 'ਚੋਂ ਲੰਘ ਰਿਹਾ ਹੈ, ਜਿਹੜਾ ਕਿ 2 ਸਾਲ ਪਹਿਲਾਂ ਤੱਕ ਸਰਕਾਰ ਇਹ ਦਾਅਵੇ ਕਰਦੀ ਸੀ ਵੀ ਅਸੀਂ ਸਰਪਲਸ ਹੈ, ਅਸੀਂ ਪਾਕਿਸਤਾਨ ਨੂੰ ਵੇਚਾਂਗੇ, ਅਸੀਂ ਪਤਾ ਨਹੀਂ ਅਫਗਾਨਿਸਤਾਨ ਨੂੰ ਵੇਚਾਂਗੇ, ਕਿਹੋ ਜਿਹੇ ਨਾਅਰੇ ਲੱਗਦੇ ਸੀ। ਹੁਣ ਪਤਾ ਨਹੀਂ ਹੁਣ ਵਾਲੀ ਸਰਕਾਰ ਨੇ ਭੱਠਾ ਬਿਠਾਇਆ, ਪਤਾ ਨਹੀਂ ਪਹਿਲਾਂ ਵਾਲੇ ਨਾਅਰੇ ਗਲਤ ਸੀ। ਇਹ ਤਾਂ ਹੁਣ ਵਾਲੀ ਸਰਕਾਰ ਹੀ ਦੱਸ ਸਕਦੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਅਸੀਂ ਜਿਹੜੇ ਹੈ ਰਿਵਿਊ ਕਰਾਂਗੇ। ਪਰ ਇੱਕ ਗੱਲ ਜ਼ਰੂਰ ਹੈ ਵੀ ਪੰਜਾਬ ਇਸ ਵੇਲੇ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ। ਜੇ ਆਉਣ ਵਾਲੇ 5-7 ਦਿਨਾਂ ਦੇ ਵਿੱਚ ਕੋਈ ਵੱਡਾ ਮੀਂਹ ਨਾ ਪਿਆ, ਤਾਂ ਰਾਹਤ ਨਾ ਮਿਲੀ, ਤਾਂ ਸਰਕਾਰ ਨੂੰ ਇਸ ਕ੍ਰਾਈਸਿਸ ਦਾ ਹੋਰ ਵੱਡਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਉਦਯੋਗ ਬੰਦ ਕਰਨਾ ਵੀ ਉਦੋਂ ਅਗਲਾ ਸੰਕਟ ਨੂੰ ਸੱਦਾ ਦੇਣਾ ਹੈ। ਉਹਦੇ ਨਾਲ ਰੁਜ਼ਗਾਰ ਜੁੜਿਆ ਹੋਇਆ ਹੈ, ਉਹਦੇ ਨਾਲ ਰੁਜ਼ਗਾਰ ਉਤਪਾਦਨ ਜੁੜਿਆ ਹੋਇਆ ਹੈ, ਬਹੁਤ ਕੁਝ ਜੁੜਿਆ ਹੋਇਆ, ਜਿਹੜਾ ਕਿ ਪਿਛਲੇ 1.5 ਸਾਲ ਤੋਂ ਕਰੋਨਾ ਕਰਕੇ ਉਦਯੋਗ ਪਹਿਲਾਂ ਹੀ, ਰੁਜ਼ਗਾਰ ਪਹਿਲਾਂ ਹੀ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਨੇ। ਦਵਿੰਦਰ ਜੀ, ਤੁਹਾਨੂੰ ਐ ਨਹੀਂ ਲੱਗਦਾ ਵੀ ਕਿ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ ਵੀ ਕਿ ਲੋਕਾਂ ਨੂੰ ਮੁੱਢਲੀ ਸਹੂਲਤਾਂ ਖੁਦ ਜਿਹੜੀ ਹੈਗੀ ਆ ਆਪਣੇ ਆਪ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਉਹਨਾਂ ਸਹੂਲਤਾਂ ਨੂੰ ਲੈਣ ਲਈ ਲੋਕਾਂ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ, ਸੰਘਰਸ਼ ਕਰਨੇ ਪੈ ਰਹੇ ਨੇ। ਚਲੋ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਇੰਨਾ ਲੰਬਾ ਸੰਘਰਸ਼ ਚੱਲ ਰਿਹਾ ਤੇ ਹੁਣ ਝੋਨੇ ਦੀ ਲਵਾਈ ਹੈ, ਸਰਕਾਰ ਨੂੰ ਪਤਾ ਹੈ ਵੀ ਕਿ ਬਿਜਲੀ ਦੀ ਮੰਗ ਦੀ ਵਧੇਗੀ, ਬਿਜਲੀ ਦੀ ਲੋੜ ਹੈ ਤੇ ਉਸ ਲਈ ਜਿਹੜਾ ਹੈਗਾ ਸੰਘਰਸ਼ ਕਰਨਾ ਪੈ ਰਿਹਾ। ਮਹਿੰਗਾਈ ਵੱਧਦੀ ਜਾ ਰਹੀ ਹੈ, ਮਹਿੰਗਾਈ ਦੇ ਵਿਰੁੱਧ ਜਿਹੜਾ ਹੈ ਵਿਰੋਧੀ ਧਿਰ ਤਾਂ ਸੜਕਾਂ 'ਤੇ ਨਹੀਂ ਉਤਰਦੀ ਦਿਖ ਰਹੀ, ਕਿਸਾਨਾਂ ਨੂੰ ਉਹਦਾ ਵੀ ਵਿਰੋਧ ਕਰਨਾ ਪੈ ਰਿਹਾ। ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਜਿੱਥੇ ਹਰ ਆਪਣੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਰਹੀ ਹੈ, ਉੱਥੇ ਇੱਕ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾ ਰਹੀ ਹੈ ਵੀ ਕਿਸਾਨਾਂ ਨੂੰ ਇੰਨਾ ਕੁਝ ਕਰਨਾ ਪੈ ਰਿਹਾ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਅੱਗੇ ਕੁਝ ਨਹੀਂ ਕਰ ਪਾ ਰਹੀਆਂ। ਇਸ ਨੂੰ ਕਿਵੇਂ ਦੇਖੋਗੇ? ਦੇਖੋ, ਅਸਲ 'ਚ ਟ੍ਰੈਜਡੀ ਇਹ ਹੋ ਗਈ, ਅਸੀਂ ਚਾਹੇ ਸੂਬਾਈ ਪੱਧਰ 'ਤੇ ਲੈ ਲਈਏ ਚਾਹੇ ਕੇਂਦਰ ਪੱਧਰ 'ਤੇ ਲੈ ਲਈਏ, ਸਭ ਤੋਂ ਵੱਡਾ ਤਾਂ ਜਿਹੜੀ ਸੱਟ ਮਾਰੀ ਹੈ ਸਾਨੂੰ ਟਵਿੱਟਰ ਨੇ ਮਾਰੀ ਹੈ। ਕੋਈ ਵੀ ਨੇਤਾ ਹੋਵੇ, ਚਾਹੇ ਕੌਮੀ ਪੱਧਰ ਦਾ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਰਾਹੁਲ ਗਾਂਧੀ ਹੋਵੇ, ਟਵੀਟ ਕਰਕੇ ਕਹਿੰਦਾ ਵੀ ਪਤਾ ਨਹੀਂ ਬਹੁਤ ਵੱਡਾ ਮਾਰਕਾ ਮਾਰਤਾ। ਜਿਹੜੀ ਮੋਬਿਲਾਈਜੇਸ਼ਨ ਸੀ, ਲੋਕਾਂ ਨੂੰ ਕਿਸੇ ਵੀ ਮੁੱਦੇ ਤੇ ਮੋਬਿਲਾਈਜ਼ ਕਰਨਾ, ਕਿਸੇ ਢੰਗ ਨਾਲ ਲਾਮਬੰਦ ਕਰਨਾ, ਜਿਵੇਂ ਪਹਿਲਾਂ ਕਿਸੇ ਵੇਲੇ ਲੈਫਟ ਪਾਰਟੀਆਂ, ਖੱਬੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਸੀ, ਜਨਸੰਘ ਕਰਦਾ ਰਿਹਾ, ਭਾਰਤੀ ਜਨਤਾ ਪਾਰਟੀ ਕਰਦੀ ਰਹੀ, ਅਕਾਲੀ ਦਲ ਮੈਦਾਨ 'ਚ ਲੜਦਾ ਰਿਹਾ ਹੈਗਾ, ਕਾਂਗਰਸ ਤਾਂ ਕਦੇ ਖੈਰ ਪੰਜਾਬ ਦੇ ਵਿੱਚ ਲੜਦੀ ਕਦੇ ਦੇਖੀ ਹੋਈ ਨਹੀਂ। ਤੇ ਇਸ ਲਈ ਜਿਹੜਾ ਲੋਕਾਂ ਨੂੰ ਮੋਬਿਲਾਈਜ਼ ਕਰਨ ਦਾ ਇਹ ਕੰਮ ਛੱਡ ਕੇ ਇਸ ਲਈ ਲੋਕ ਆਪ ਸੜਕਾਂ 'ਤੇ ਉਤਰੇ ਨੇ। ਇਸ ਲਈ ਇਹ ਹੁਕਮਰਾਨਾਂ ਨੂੰ ਸਮਝ ਲੈਣਾ ਚਾਹੀਦਾ, ਜਦੋਂ ਲੋਕ ਸੜਕਾਂ 'ਤੇ ਉਤਰਦੇ ਨੇ ਤਾਂ ਕੁਰਸੀ ਹੁਕਮਰਾਨਾਂ ਦੀ ਖਤਰੇ 'ਚ ਪੈਂਦੀ ਹੈ। ਲੋਕ ਤਾਂ ਪਹਿਲਾਂ ਹੀ ਸੜਕਾਂ 'ਤੇ ਹੁੰਦੇ ਨੇਗੇ, ਲੋਕ ਤਾਂ ਭੁੱਖੇ ਨੰਗੇ ਹੁੰਦੇ ਨੇ, ਪਹਿਲਾਂ ਹੀ ਲੜ ਰਹੇ ਨੇ, ਮਰ ਰਹੇ ਨੇਗੇ। ਇਸ ਲਈ ਖਤਰਾ ਹੁਕਮਰਾਨਾਂ ਨੂੰ ਹੋਣਾ ਵੀ ਅੰਦਰ ਬਹਿ ਕੇ ਨਹੀਂ ਚੱਲਣਾ ਕੰਮ, ਬਾਹਰ ਨਿਕਲਣਾ ਪੈਣਾ, ਕੰਮ ਕਰਨੇ ਪੈਣੇ ਨੇ। ਇਸ ਲਈ ਜੇ ਸੱਤਾ ਦਾ ਆਨੰਦ ਮਾਣਨਾ ਤਾਂ ਵੋਟਾਂ ਲੈ ਕੇ ਕੰਮ ਵੀ ਕਰਨਾ ਪੈਣਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਜੇ ਸੱਤਾ ਦਾ ਆਨੰਦ ਭੋਗਣਾ ਹੈ ਤਾਂ ਲੋਕਾਂ ਵਿੱਚ ਆਉਣਾ ਵੀ ਪਏਗਾ, ਲੋਕਾਂ ਦੀ ਮੰਗਾਂ ਮੰਨਦੇ ਹੋਏ ਸਾਰੇ ਕੰਮ ਕਰਨੇ ਵੀ ਪੈਣਗੇ। ਹੁਣ ਆਉਣ ਵਾਲਾ ਸਮਾਂ ਦੇਖਣ ਵਾਲਾ ਹੋਏਗਾ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਿਆਸੀ ਪਾਰਟੀਆਂ ਕਿਸ ਤਰ੍ਹਾਂ ਇਹ ਲੋਕਾਂ ਨਾਲ ਵਾਅਦੇ ਕਰਦੇ ਨੇ ਤੇ ਲੋਕ ਉਹਨਾਂ ਵਾਅਦਿਆਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਤੇ ਆਪਣੀ ਵੋਟਾਂ ਦੀ ਕਿਵੇਂ ਵਰਤੋਂ ਕਰਦੇ ਨੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।